मैं डॉक्टर गुरप्रीत कौर, पंजाबी एसोसिएट प्रोफैसर DAV कॉलेज पिहोवा। प्यारे विद्यार्थियों, ਤੁਹਾਡੇ BA ਪਾਠ ਦੂਜਾ ਸਮੈਸਟਰ ਤੀਜਾ ਪੰਜਾਬੀ ਇਲੈਕਟਿਵ ਦੇ ਸਿਲੇਬਸ ਵਿੱਚ ਕਹਾਣੀਆਂ ਦੀ ਪੁਸਤਕ ਕਥਾ ਯਾਤਰਾ ਲੱਗੀ ਹੋਈ ਹੈ, ਜਿਸ ਵਿੱਚ 13 ਵੱਖ-ਵੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਆਪਣੇ ਇਸ ਲੈਕਚਰ ਵਿੱਚ ਮੈਂ ਕਥਾ ਯਾਤਰਾ ਵਿਚਲੀਆਂ ਪਹਿਲੀਆਂ 2 ਕਹਾਣੀਆਂ ਨਾਨਕ ਸਿੰਘ ਦੁਆਰਾ ਰਚੀ ਅਰਜੀ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਰਚੀ ਦਾਰਾ ਕਹਾਣੀ ਬਾਰੇ ਗੱਲ ਕਰਾਂਗੀ। ਇਸ ਗੱਲਬਾਤ ਦੌਰਾਨ ਪਹਿਲਾਂ ਕਹਾਣੀਕਾਰ ਦੀ ਜਾਣ ਪਛਾਣ, ਕਹਾਣੀ ਦਾ ਸਾਰ, ਉਸ ਵਿਚਲੇ ਤੱਤਾਂ ਤੇ ਕੁਝ ਵਸਤੂਨਿਸ਼ਟ ਪ੍ਰਸ਼ਨਾਂ ਬਾਰੇ ਜਾਣਕਾਰੀ ਦੇਣਾ ਮੇਰਾ ਟੀਚਾ ਰਹੇਗਾ। ਇਹ ਆਪਣੇ ਆਪ ਵਿੱਚ ਵੱਡੇ ਵਿਸ਼ੇ ਹੈ ਤੇ ਵਿਸਤਾਰ ਦੀ ਮੰਗ ਕਰਦੇ ਹੈ, ਪਰ ਮੈਂ ਆਪਣੀ ਸਮੇਂ ਸੀਮਾ ਨੂੰ ਧਿਆਨ ਵਿੱਚ ਰੱਖਦਿਆਂ ਸੀਮਿਤ ਦਾਇਰੇ ਵਿੱਚ ਇੰਨੀ ਕੁ ਜਾਣਕਾਰੀ ਦੇਵਾਂਗੀ ਕਿ ਤੁਹਾਨੂੰ ਕਹਾਣੀ ਤਿਆਰ ਕਰਨ ਲੱਗਿਆਂ ਕੋਈ ਔਖ ਨਾ ਆਵੇ। ਗੱਲ ਕਰਦੇ ਹਾਂ ਨਾਨਕ ਸਿੰਘ ਬਾਰੇ। BA ਭਾਗ ਪਹਿਲਾ ਵਿੱਚ ਤੁਸੀਂ ਨਾਨਕ ਸਿੰਘ ਦਾ ਜੀਵਨ ਪਰਿਚੈ ਪੜ੍ਹ ਚੁੱਕੇ ਹੋ। ਉਹਨਾਂ ਦਾ ਨਾਵਲ ਪਵਿੱਤਰ ਪਾਪੀ ਯਾਦ ਹੋਏਗਾ ਤੁਹਾਨੂੰ ਚੰਗੀ ਤਰ੍ਹਾਂ। ਉਹਨਾਂ ਦਾ ਨਾਵਲ ਪਵਿੱਤਰ ਪਾਪੀ ਤੁਹਾਡੇ ਸਿਲੇਬਸ ਵਿੱਚ ਸੀ। ਨਾਨਕ ਸਿੰਘ ਨੂੰ ਨਾਵਲ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ, ਪਰ ਅਸੀਂ ਉਹਨਾਂ ਨੂੰ ਇਸ ਜਮਾਤ ਵਿੱਚ ਕਹਾਣੀਕਾਰ ਵਜੋਂ ਪੜ੍ਹਨਾ ਹੈ। ਪੰਜਾਬੀ ਸਾਹਿਤ ਤੇ ਖਾਸ ਤੌਰ 'ਤੇ ਗਲਪ ਵਿੱਚ ਉਹਨਾਂ ਦਾ ਥਾਂ ਬਹੁਤ ਵੱਡਾ ਹੈ। 4 ਜੁਲਾਈ 1897 ਈਸਵੀ ਵਿੱਚ ਨਾਨਕ ਸਿੰਘ ਭਾਈ ਬਹਾਦਰ ਚੰਦ ਖੱਤਰੀ ਦੇ ਘਰ ਪੈਦਾ ਹੋਏ। ਬਹਾਦਰ ਚੰਦ ਪਿੰਡ ਚੱਕ ਹਮੀਦ, ਜ਼ਿਲ੍ਹਾ ਜੇਹਲਮ ਦਾ ਰਹਿਣ ਵਾਲਾ ਸੀ। ਇਹ ਪਿੰਡ ਹੁਣ ਪਾਕਿਸਤਾਨ ਵਿੱਚ ਹੈ। ਨਾਨਕ ਸਿੰਘ ਜਦੋਂ ਪੈਦਾ ਹੋਏ ਤਾਂ ਇਹਨਾਂ ਦਾ ਨਾਂ ਹੰਸਰਾਜ ਰੱਖਿਆ ਗਿਆ। ਛੋਟੇ ਹੁੰਦਿਆਂ ਹੀ ਮਾਪਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਜਿਸ ਕਰਕੇ ਆਪ ਦੀ ਪੜ੍ਹਾਈ 5ਵੀਂ ਜਮਾਤ ਤੱਕ ਹੀ ਹੋ ਸਕੀ। ਪਿਤਾ ਦੀ ਕਰਿਆਨੇ ਦੀ ਦੁਕਾਨ ਸੀ। ਉਸ 'ਤੇ ਬੈਠਣ ਦਾ ਯਤਨ ਕੀਤਾ, ਪਰ ਚਾਚੇ ਤਾਏ ਜਾਇਦਾਦ ਸਦਕਾ ਦੁਸ਼ਮਣ ਬਣ ਖਲੋਏ ਤੇ ਆਪ ਨੂੰ ਰੋਜੀ ਲਈ ਬਾਹਰ ਧੱਕੇ ਖਾਣੇ ਪਏ। ਇਹਨਾਂ ਮਾੜੇ ਦਿਨਾਂ ਕਰਕੇ ਆਪ ਮਾੜੀ ਸੰਗਤ ਵਿੱਚ ਵੀ ਚਲੇ ਗਏ, ਪਰ ਛੇਤੀ ਹੀ ਇੱਕ ਚੰਗਾ ਸਿਹਤਮਈ ਇਨਸਾਨ ਗਿਆਨੀ ਬਾਘ ਸਿੰਘ ਨਾਲ ਆਪ ਜੀ ਦੀ ਮੁਲਾਕਾਤ ਹੋਈ। ਆਪ ਸਿੱਧੇ ਰਸਤੇ 'ਤੇ ਹੀ ਨਹੀਂ ਪਏ, ਸਗੋਂ ਸਿੰਘ ਸੱਜ ਕੇ ਨਾਨਕ ਸਿੰਘ ਨਾਮ ਰੱਖ ਲਿਆ। ਪੜ੍ਹਨ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ, ਪਰ ਲਿਖਣ ਵੱਲ ਕਦੋਂ ਚੱਲ ਪਏ ਪਤਾ ਹੀ ਨਾ ਲੱਗਾ। ਅਪ੍ਰੈਲ 1919 ਵਿੱਚ ਜਲਿਆਂਵਾਲਾ ਬਾਗ ਕਾਂਡ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਨੇ ਖੂਨੀ ਵਿਸਾਖੀ ਨਾਂ ਦੀ ਇੱਕ ਲੰਮੀ ਕਵਿਤਾ ਲਿਖੀ, ਜਿਸ ਸਦਕਾ ਆਪ ਜੀ ਨੂੰ ਬਹੁਤ ਪ੍ਰਸਿੱਧੀ ਮਿਲੀ। 1922 ਵਿੱਚ ਬਚਿਓ ਇਹਨਾਂ ਨੇ ਅਕਾਲੀ ਲਹਿਰ ਵਿੱਚ ਹਿੱਸਾ ਲਿਆ, ਜਿਸ ਸਦਕਾ ਇਹਨਾਂ ਨੂੰ ਜੇਲ੍ਹ ਹੋ ਗਈ। ਉੱਥੇ ਜੇਲ੍ਹ ਵਿੱਚ ਰਹਿੰਦਿਆਂ ਨਾਨਕ ਸਿੰਘ ਜੀ ਨੇ ਮੁਨਸ਼ੀ ਪ੍ਰੇਮ ਚੰਦ ਜੀ ਦੇ ਨਾਵਲ ਪੜ੍ਹਨੇ ਸ਼ੁਰੂ ਕੀਤੇ ਤੇ ਇੰਨੇ ਨਾਵਲ ਪੜ੍ਹੇ ਕਿ ਹੌਲੀ ਹੌਲੀ ਇਹਨਾਂ ਦੇ ਮਨ ਵਿੱਚ ਖੁਦ ਨਾਵਲ ਲਿਖਣ ਦੀ ਰੀਝ ਪੈਦਾ ਹੋਣ ਲੱਗ ਪਈ। ਉਹਨਾਂ ਨੇ ਅੱਧ ਖਿੜੀ ਕਲੀ ਸਭ ਤੋਂ ਪਹਿਲਾਂ ਲਿਖਿਆ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਤੇ ਫਿਰ ਬਾਹਰ ਆ ਕੇ ਉਹ ਇਸੇ ਰਸਤੇ 'ਤੇ ਚੱਲ ਪਏ। ਉਹਨਾਂ ਇੱਕ ਤੋਂ ਪਿੱਛੋਂ ਇੱਕ ਅਨੇਕਾਂ ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਨਾਵਲ ਲਿਖੇ। 1930 ਵਿੱਚ ਚਿੱਟਾ ਲਹੂ ਨਾਵਲ ਸਦਕਾ ਆਪ ਨੂੰ ਬਹੁਤ ਪ੍ਰਸਿੱਧੀ ਮਿਲੀ ਤੇ ਇੱਕ ਮਿਆਨ 2 ਤਲਵਾਰਾਂ ਨਾਵਲ ਲਿਖ ਕੇ ਭਾਰਤੀ ਸਾਹਿਤ ਅਕਾਦਮੀ ਦਾ 5000 ਇਨਾਮ ਆਪ ਨੇ ਪ੍ਰਾਪਤ ਕੀਤਾ। ਉਹਨਾਂ ਦਾ ਨਾਵਲ ਜਿਹੜਾ ਪਵਿੱਤਰ ਪਾਪੀ ਤੁਸੀਂ ਆਪਣੀ ਪਿਛਲੀ ਜਮਾਤ ਵਿੱਚ ਪੜ੍ਹਿਆ ਸੀ, ਉਸ ਉੱਪਰ ਤਾਂ ਬਲਰਾਜ ਸਾਹਨੀ ਨੇ ਪਿੱਛੇ ਉਦੋਂ ਫਿਲਮ ਵੀ ਬਣਾਈ ਸੀ। ਉਹਨਾਂ ਨੇ ਫਿਰ ਨਾਟਕ, ਲੇਖ, ਸਵੈ ਜੀਵਨੀ ਲਿਖੀ ਤੇ ਕੁਝ ਕਿਤਾਬਾਂ ਦਾ ਅਨੁਵਾਦ ਵੀ ਕੀਤਾ। ਨਾਵਲ ਉਪਰੰਤ ਉਹਨਾਂ ਨੇ ਕਹਾਣੀ ਵੱਲ ਰੁਖ ਕੀਤਾ ਤੇ ਸਦਰਾਂ ਦੇ ਹਾਰ, ਹੰਝੂਆਂ ਦੇ ਹਾਰ, ਮਿੱਧੇ ਹੋਏ ਫੁੱਲ, ਠੰਡੀਆਂ ਛਾਵਾਂ ਤੇ ਸੁਨਹਿਰੀ ਜਿਲਦ ਪ੍ਰਸਿੱਧ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈ। ਨਾਨਕ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਆਮ ਮਨੁੱਖਾਂ ਦੀਆਂ ਸਮੱਸਿਆਵਾਂ ਨੂੰ
ਨੂੰ ਸੁਧਾਰਵਾਦੀ ਤੇ ਸਿੱਖਿਆਤਮਕ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ। ਉਹ ਯਥਾਰਥਵਾਦੀ ਘਟਨਾਵਾਂ ਨੂੰ ਆਪਣੀਆਂ ਰਚਨਾਵਾਂ ਲਈ ਚੁਣਦੇ ਸਨ, ਪਰ ਉਹਨਾਂ ਦੀ ਆਦਰਸ਼ਵਾਦੀ ਬਿਰਤੀ ਸਦਕਾ ਉਹਨਾਂ ਦੀਆਂ ਰਚਨਾਵਾਂ ਉਪਭਾਵੁਕਤਾ ਦੇ ਦੋਸ਼ ਤੋਂ ਬਚ ਨਹੀਂ ਪਾਈਆਂ। ਉਸਨੇ ਵਧੇਰੇ ਕਰਕੇ ਪੇਂਡੂ ਸਮਾਜ ਦਾ ਵਾਤਾਵਰਣ ਸਿਰਜਿਆ ਹੈ। ਇਸ ਕਰਕੇ ਉਸਦੇ ਪਾਤਰਾਂ ਦੀ ਬੋਲੀ ਜਿਹੜੀ ਹੈ ਠੇਠ ਪੰਜਾਬੀ ਰਹਿੰਦੀ ਹੈ। ਮੁਹਾਵਰਿਆਂ ਦੀ ਨਾਨਕ ਸਿੰਘ ਨੂੰ ਬੜੀ ਸੁਚੱਜੀ ਵਰਤੋਂ ਕਰਨੀ ਆਉਂਦੀ ਹੈ। ਉਹਨਾਂ ਦਾ ਸਾਹਿਤ ਜਿਹੜਾ ਹੈ ਹੋਰ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਹੋਇਆ ਹੈ। ਪੰਜਾਬੀ ਸਾਹਿਤ ਨੂੰ ਸਮਰਪਿਤ ਇਸ ਮਹਾਨ ਲੇਖਕ ਦੀ ਪੰਜਾਬੀ ਸਾਹਿਤਕਾਰਾਂ ਨੇ ਮੁਨਸ਼ੀ ਪ੍ਰੇਮਚੰਦ, ਚਾਰਲਸ ਡਿਕਨਸ, ਸ਼ਰਤ ਚੰਦਰ ਨਾਲ ਵੀ ਤੁਲਨਾ ਕੀਤੀ ਹੈ। 1997 ਵਿੱਚ ਉਹਨਾਂ ਦੀ ਜਨਮ ਸ਼ਤਾਬਦੀ ਦੇ ਮੌਕੇ ਸਾਡੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਜੀ ਸਨ। ਉਹਨਾਂ ਨੇ ਨਾਨਕ ਸਿੰਘ ਸੰਬੰਧਿਤ ਇੱਕ ਟਿਕਟ ਵੀ ਜਾਰੀ ਕੀਤਾ। ਨਾਨਕ ਸਿੰਘ ਜੀ ਦੀ ਪੰਜਾਬੀ ਕਹਾਣੀ ਨੂੰ ਦੇਣ ਬਹੁਤ ਵੱਡੀ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਦੁਆਰਾ ਰਚੀ ਕਹਾਣੀ ਅਰਜੀ ਨਾਨਕ ਸਿੰਘ ਜੀ ਦੀ ਇੱਕ ਪ੍ਰਸਿੱਧ ਕਹਾਣੀ ਹੈ। ਇਸ ਕਹਾਣੀ ਵਿੱਚ ਕੰਜੂਸ ਸ਼ਾਹੂਕਾਰ ਰਾਮੇ ਸ਼ਾਹ ਤੇ ਬਿਸ਼ਨਾ ਜੱਟ, ਜਿਸ ਨੇ ਰਾਮੇ ਸ਼ਾਹ ਤੋਂ ਕਰਜ਼ਾ ਲਿਆ ਹੈ, ਦੋਹਾਂ ਵਿਚਲੇ ਤਣਾਅਪੂਰਨ ਸੰਬੰਧਾਂ ਨੂੰ ਬਿਆਨ ਕੀਤਾ ਗਿਆ ਹੈ। ਇਸ ਕਹਾਣੀ ਵਿੱਚ ਕਰਜ਼ੇ ਦੀ ਸਮੱਸਿਆ ਇਹਨਾਂ ਦੋਹਾਂ ਦੇ ਆਪਸੀ ਤਣਾਅਪੂਰਨ ਸੰਬੰਧਾਂ ਰਾਹੀਂ ਸਾਡੇ ਸਾਹਮਣੇ ਆਉਂਦੀ ਹੈ। ਪਹਿਲੇ ਸਮਿਆਂ ਵਿੱਚ ਬੈਂਕਾਂ ਦੀ ਸਹੂਲਤ ਨਾ ਦੇ ਬਰਾਬਰ ਹੁੰਦੀ ਸੀ। ਆਪਣਾ ਕੰਮ ਧੰਦਾ ਚਲਾਉਣ ਲਈ ਪਿੰਡਾਂ ਵਿੱਚ ਅਕਸਰ ਲੋਕਾਂ ਨੂੰ ਸ਼ਾਹੂਕਾਰਾਂ ਤੋਂ ਪੈਸਾ ਫੜਨਾ ਪੈਂਦਾ ਸੀ ਤੇ ਇਹ ਸ਼ਾਹੂਕਾਰ ਇਹਨਾਂ ਭੋਲੇ ਭਾਲੇ ਜ਼ਰੂਰਤਮੰਦ ਲੋਕਾਂ ਨੂੰ ਪੂਰਾ ਲੁੱਟਦੇ ਹੁੰਦੇ ਸਨ। ਸਾਮੀ ਇੱਕ ਵਾਰ ਫਸੀ ਸਾਰੀ ਉਮਰ ਇਹਨਾਂ ਦੇ ਚੁੰਗਲ ਵਿੱਚੋਂ ਨਿਕਲ ਹੀ ਨਹੀਂ ਸੀ ਪਾਉਂਦੀ। ਪਰ ਨਾਨਕ ਸਿੰਘ ਨੇ ਇੱਥੇ ਸਾਡਾ ਧਿਆਨ ਇਸ ਪਾਸੇ ਵੱਲ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਕਦੇ ਕਦੇ ਇਹਨਾਂ ਸ਼ਾਹੂਕਾਰਾਂ ਨੂੰ ਅੱਗੋਂ ਬਿਸ਼ਨੇ ਜੱਟ ਵਰਗੀ ਸਾਮੀ ਵੀ ਟੱਕਰ ਜਾਂਦੀ ਹੈ, ਜਿਸ ਦੇ ਬੱਲੇ ਪੈਸਾ ਤਾਂ ਭਾਵੇਂ ਘੱਟ ਹੁੰਦਾ ਹੈ, ਪਰ ਆਕੜ ਕਿਸੇ ਪੱਖੋਂ ਵੀ ਘੱਟ ਨਹੀਂ ਹੁੰਦੀ। ਉਹ ਸ਼ਾਹ ਦੀ ਧੌਂਸ ਨਹੀਂ ਸਹਿੰਦਾ। ਇਹ ਸਥਿਤੀ ਇਸ ਕਹਾਣੀ ਵਿੱਚ ਪੈਦਾ ਹੁੰਦੀ ਹੈ। ਰਾਮੇ ਸ਼ਾਹ ਦੇ ਬਾਰ-ਬਾਰ ਤੰਗ ਕਰਨ ਤੇ ਬਿਸ਼ਨਾ ਜੱਟ ਆਕੜ ਪੈਂਦਾ ਹੈ। ਸ਼ਾਹ ਨੂੰ ਜਾਪਦਾ ਹੈ ਹੁਣ ਪੈਸਾ ਨਹੀਂ ਨਿਕਲ ਪਾਏਗਾ। ਇਸ ਕਰਕੇ ਉਹ ਕਚਹਿਰੀ ਵਿੱਚ ਅਰਜੀ ਪਾਉਣ ਲਈ ਸਵਖਤੇ ਹੀ ਤੁਰ ਪੈਂਦਾ ਹੈ ਤੇ ਇਸ ਅਰਜੀ ਦੇ ਦੁਆਲੇ ਹੀ ਸਾਡੀ ਇਹ ਸਾਰੀ ਕਹਾਣੀ ਘੁੰਮਦੀ ਹੈ ਤੇ ਇਸੇ ਨੂੰ ਆਧਾਰ ਬਣਾ ਕੇ ਹੀ ਕਹਾਣੀ ਦਾ ਨਾਨਕ ਸਿੰਘ ਨੇ ਸਿਰਲੇਖ ਰਚਿਆ ਹੈ। ਕਹਾਣੀਕਾਰ ਦਾ ਮਕਸਦ ਕਰਜ਼ੇ ਦੀ ਸਮੱਸਿਆ ਨੂੰ ਕੇਂਦਰ ਵਿੱਚ ਰੱਖਦਿਆਂ ਰਾਮੇ ਸ਼ਾਹ, ਜੋ ਕਿ ਇਸ ਕਹਾਣੀ ਦਾ ਮੁੱਖ ਪਾਤਰ ਹੈ, ਉਸ ਦੇ ਸਮੁੱਚੇ ਦਿਨ ਉਸ ਦੇ ਕਾਰ ਵਿਹਾਰ 'ਤੇ ਝਾਤੀ ਪਵਾਉਣਾ ਹੈ। ਸ਼ਾਹਾਂ ਦੀ ਮਨੋਬਿਰਤੀ ਸਦਾ ਤੋਂ ਹੀ ਅਜਿਹੀ ਹੈ ਕਿ ਉਹ ਵਧੇਰੇ ਸਾਮੀਆਂ ਨੂੰ ਕੋਲ ਰੱਖਣ ਦਾ ਯਤਨ ਕਰਦੇ ਹਨ ਤਾਂ ਜੋ ਵੱਧ ਤੋਂ ਵੱਧ ਪੈਸਾ ਵਿਆਜੀ ਦੇ ਸਕਣ ਤੇ ਫਿਰ ਮੋਟੀ ਕਮਾਈ ਕਰ ਸਕਣ। ਤੇ ਇਹ ਵੀ ਇੱਕ ਮਨੋਵਿਗਿਆਨਿਕ ਸੱਚਾਈ ਹੈ ਕਿ ਮਨੁੱਖ ਕੋਲ ਜਦੋਂ ਪੈਸਾ ਵੱਧਦਾ ਹੈ ਤਾਂ ਉਸ ਦੀ ਪੈਸਾ ਇਕੱਠਾ ਕਰਨ ਦੀ ਲਾਲਸਾ ਹੋਰ ਵੱਧਦੀ ਹੈ, ਉਹ ਘਟਦੀ ਨਹੀਂ ਹੈ। ਇਹੀ ਰਾਮੇ ਸ਼ਾਹ ਨਾਲ ਵੀ ਵਾਪਰਦਾ ਹੈ। ਇਸ ਲਾਲਸਾ ਅਧੀਨ ਹੋਰ ਅਨੇਕਾਂ ਬੁਰਾਈਆਂ ਉਸ ਮਨੁੱਖ ਵਿੱਚ ਘਰ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤਾਂ ਉਹ ਕੰਜੂਸ ਹੁੰਦਾ ਹੈ, ਜਿਵੇਂ ਰਾਮੇ ਸ਼ਾਹ ਦੇ ਸੁਭਾਅ ਤੋਂ ਪਤਾ ਚੱਲਦਾ ਹੈ। ਆਪਣੀ ਇਸ ਬਿਰਤੀ ਸਦਕਾ ਉਹ ਸਾਰੀ ਉਮਰ ਨਾ ਚੱਜ ਦਾ ਪਾਉਂਦਾ ਹੈ ਤੇ ਨਾ ਹੀ ਖਾਂਦਾ ਹੈ। ਇਸ ਮਾੜੇ ਸੁਭਾਅ ਸਦਕਾ ਉਹ ਹਰ ਵੇਲੇ ਚਿੜਿਆ ਰਹਿੰਦਾ ਹੈ। ਪਤਨੀ ਤੇ ਧੀ ਨਾਲ ਵੀ ਉਸ ਦਾ ਵਰਤਾਓ ਖੁਸ਼ਨੁਮਾ ਨਹੀਂ। ਹਰ ਵੇਲੇ ਪੈਸੇ ਦੀ ਚਿੰਤਾ ਉਸ ਦਾ ਅਮਨ ਚੈਨ ਲੁੱਟੀ ਰੱਖਦੀ ਹੈ। ਉਹ ਜਦ
ਅਰਜੀ ਪਾਉਣ ਕਚਹਿਰੀ ਜਾਂਦਾ ਹੈ ਤਾਂ ਅੰਤਾਂ ਦੀ ਗਰਮੀ ਕੜਾਕੇ ਦੀ ਧੁੱਪ ਵਿੱਚ ਵੀ ਉਹ ਇਸ ਕਰਕੇ ਮੀਲਾਂ ਲੰਮਾ ਪੰਧ ਪੈਦਲ ਮੁਕਾਉਂਦਾ ਹੈ ਤਾਂ ਜੋ ਉਸਨੂੰ ਟਾਂਗੇ ਵਾਲੇ ਨੂੰ ਬਣਦਾ ਕਿਰਾਇਆ ਨਾ ਦੇਣਾ ਪਏ। ਉਸ ਦੇ ਪੈਰੀਂ ਪੁਰਾਣੀ ਜੁੱਤੀ ਹੁੰਦੀ ਹੈ ਜੋ ਟੁੱਟ ਜਾਂਦੀ ਹੈ। ਉਸ ਦਾ ਪੈਰ ਚੋਟ ਖਾ ਜਾਂਦਾ ਹੈ, ਪੈਰ ਦਾ ਬੁਰਾ ਹਾਲ ਹੋ ਜਾਂਦਾ ਹੈ। ਉਹ ਅੱਧ ਵਿਚਕਾਰ ਹੀ ਖੂਹ 'ਤੇ ਰੁੱਖ ਹੇਠ ਸੌ ਜਾਂਦਾ ਹੈ। ਪਰ ਉਸ ਨੂੰ ਨੀਂਦ ਵਿੱਚ ਵੀ ਚੈਨ ਨਹੀਂ। ਬਿਸ਼ਨੇ ਦਾ ਗੁੱਸਾ ਸੁਪਨੇ ਵਿੱਚ ਵੀ ਉਸ ਦਾ ਪਿੱਛਾ ਨਹੀਂ ਛੱਡਦਾ। ਟਾਂਗੇ ਵਾਲਾ ਸ਼ਾਮ ਨੂੰ ਸ਼ਹਿਰ ਤੋਂ ਵਾਪਸ ਆਂਦਾ ਉਸ ਨੂੰ ਸੁੱਤੇ ਨੂੰ ਉਠਾਉਂਦਾ ਹੈ ਤੇ ਟਾਂਗੇ ਤੇ ਬੈਠ ਕੇ ਪਿੰਡ ਵਾਪਸ ਚੱਲਣ ਲਈ ਕਹਿੰਦਾ ਹੈ। ਪਰ ਰਾਮੇ ਸ਼ਾਹ ਇੱਥੇ ਵੀ ਕਿਰਾਇਆ ਘੱਟ ਕਰਨ ਲਈ ਜਿੱਦ ਕਰਦਾ ਹੈ, ਜਿਸ ਤੇ ਟਾਂਗੇ ਵਾਲਾ ਮਾਮੂਲੀ ਜਿਹੀ ਕਮਾਈ ਵਾਲਾ ਇਨਸਾਨ ਉਸ ਨੂੰ ਬਿਨਾਂ ਪੈਸੇ ਦਿੱਤੇ ਹੀ ਬੈਠਣ ਦੀ ਗੱਲ ਕਰਦਾ ਹੈ, ਜਦ ਕਿ ਬਹੁਤੇ ਪੈਸੇ ਵਾਲਾ ਰਾਮੇ ਸ਼ਾਹ ਟਾਂਗੇ ਵਾਲਾ ਦਾ ਬਣਦਾ ਕਿਰਾਇਆ ਦੇਣ ਲਈ ਵੀ ਜੇਰਾ ਨਹੀਂ ਕਰ ਪਾਉਂਦਾ। ਗੱਲ ਥੋੜ੍ਹੇ ਬਹੁਤ ਕਿਰਾਏ ਦੀ ਨਹੀਂ, ਸੁਭਾਵਾਂ ਵਿਚਲੇ ਫਰਕ ਦੀ ਹੈ ਕਿ ਕਿਵੇਂ ਸਾਡਾ ਸੁਭਾਅ ਹੀ ਸਾਡੇ ਦੁੱਖਾਂ ਦਾ ਕਾਰਨ ਬਣਨ ਲੱਗ ਜਾਂਦਾ ਹੈ। ਰਾਮੇ ਸ਼ਾਹ ਆਪਣੀ ਮਾੜੇ ਕੰਜੂਸੀ ਚਿੜਚਿੜੇ ਸੁਭਾਅ ਸਦਕਾ ਦੁੱਖ ਹੀ ਨਹੀਂ ਚੱਲਦਾ, ਸਗੋਂ ਟਾਂਗੇ ਵਾਲੇ ਦੀਆਂ ਟੀਚਰਾਂ ਦਾ ਸ਼ਿਕਾਰ ਵੀ ਹੁੰਦਾ ਹੈ। ਘਰ ਵਿੱਚ ਵੀ ਪਤਨੀ, ਇੱਥੋਂ ਤੱਕ ਕਿ ਉਸਦੇ ਆਪਣੀ ਧੀ ਨਾਲ ਵੀ ਵਰਤਾਓ ਚੰਗਾ ਨਹੀਂ ਹੈ। ਉਸ ਦਾ ਵਿਹਾਰ ਘਰ ਵਿੱਚ ਕੋਈ ਸੁਖਾਵਾਂ ਮਾਹੌਲ ਨਹੀਂ ਸਿਰਜਦਾ। ਅਜਿਹਾ ਪੈਸਾ ਕਿਸ ਕੰਮ ਦਾ? ਕਹਾਣੀ ਸ਼ਾਹੂਕਾਰਾਂ ਦੁਆਰਾ ਲੋਕਾਂ ਨੂੰ ਕਰਜ਼ਾ ਦੇਣ, ਵਧੇਰੇ ਵਸੂਲਣ ਤੇ ਸਾਮੀ ਦੁਆਰਾ ਨਾ ਮੋੜ ਸਕਣ ਦੀ ਬੇਬਸੀ ਵਿੱਚੋਂ ਸਫ਼ਰ ਸ਼ੁਰੂ ਕਰਦੀ ਵੱਡੇ ਪੱਧਰ 'ਤੇ ਉਹਨਾਂ ਦੇ ਕਾਰਜ ਵਿਹਾਰ ਨੂੰ ਇੱਕ ਘਟਨਾ ਰਾਹੀਂ ਸਾਹਮਣੇ ਲਿਆਉਣ ਦਾ ਖੂਬਸੂਰਤੀ ਨਾਲ ਯਤਨ ਕਰਦੀ ਹੈ। ਇਸ ਕਹਾਣੀ ਵਿੱਚ ਰਾਮੇ ਸ਼ਾਹ ਮੁੱਖ ਪਾਤਰ ਵਜੋਂ ਉਭਰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਸ਼ਾਹ ਦੀ ਧੀ, ਪਤਨੀ, ਟਾਂਗੇ ਵਾਲਾ ਤੇ ਬਿਸ਼ਨਾ ਜੱਟ ਸਹਾਇਕ ਪਾਤਰਾਂ ਵਜੋਂ ਸਾਹਮਣੇ ਆਉਂਦੇ ਹਨ। ਬਿਸ਼ਨੇ ਜੱਟ ਦੀ ਪਾਤਰ ਉਸਾਰੀ ਬਹੁਤ ਪ੍ਰਭਾਵਸ਼ਾਲੀ ਹੋਈ ਹੈ। ਕਹਾਣੀ ਵਿੱਚ ਕਿਤੇ ਵੀ ਉਹ ਸਾਹਮਣੇ ਨਹੀਂ ਆਉਂਦਾ, ਪਰ ਉਸ ਦੀ ਹੋਂਦ ਬਹੁਤ ਮਜ਼ਬੂਤ ਪਕੜ ਬਣਾਉਂਦੀ ਹੈ। ਉਸ ਰਾਹੀਂ ਜੱਟਾਂ ਦੇ ਅੱਖੜ ਸੁਭਾਅ ਦੀ ਪੇਸ਼ਕਾਰੀ ਵੀ ਵਧੀਆ ਢੰਗ ਨਾਲ ਹੋਈ ਹੈ। ਕਹਾਣੀ ਵਿੱਚ ਠੇਠ ਪੰਜਾਬੀ ਦੀ ਵਰਤੋਂ ਹੋਈ ਹੈ। ਇਸ ਵਿਚਲਾ ਮੁਹਾਵਰਾ ਲਹਿਜਾ ਪੇਂਡੂ ਹੈ। ਰਾਮੇ ਸ਼ਾਹ ਵੱਲੋਂ ਅਖਵਾਏ ਵਾਕ ਮੁਹਾਵਰੇ ਜਰਾ ਝਾਤ ਪਾਉਂਦੇ ਹਾਂ। ਆਹੋ ਸਾਮੀ ਦਾ ਸਿਆਪਾ ਕਰਨ, ਉਸ ਵਿਗੜੇ ਜੱਟ ਦੀ ਧੌਣ ਵਿੱਚੋਂ ਕਿੱਲਾ ਕੱਢਣਾ ਏ ਜਰਾ। ਇਹ ਝੂਠਾਂ ਰਾਸ ਆਉਂਦੀਆਂ ਨੇ ਜਰਾ ਲਿਹਾਜ਼ ਨਾਲ, ਸਥਿਤੀ ਨੂੰ ਪ੍ਰਗਟਾਉਣ ਵਿੱਚ ਸਮਰੱਥ ਹਨ। ਸਿਰਲੇਖ ਅਰਜੀ ਸਮੁੱਚੇ ਵਰਤਾਰੇ ਨੂੰ ਬੰਨ੍ਹਦਾ ਹੈ। ਇਹ ਛੋਟਾ ਤੇ ਦਿਲ ਖਿਚਵਾਂ ਹੈ। ਇਸ ਵਿੱਚ ਬਿਆਨਿਆ ਗਿਆ ਵਿਸ਼ਾ ਕਈ ਸਾਲ ਪਹਿਲਾਂ ਤਾਂ ਪੇਂਡੂ ਪੰਜਾਬ ਵਿੱਚ ਬਹੁਤ ਪੱਖਵਾਂ ਸੀ, ਪਰ ਹੁਣ ਸਮਾਂ ਬਦਲ ਚੁੱਕਾ ਹੈ ਤੇ ਬੈਂਕਾਂ ਦੇ ਨਾਲ ਹੋਰ ਵੀ ਅਨੇਕਾਂ ਸੁੱਖ ਸਹੂਲਤਾਂ ਹੋਂਦ ਵਿੱਚ ਆ ਚੁੱਕੀਆਂ ਹਨ। ਪਰ ਇਸ ਸਭ ਦੇ ਬਾਵਜੂਦ ਨਾਨਕ ਸਿੰਘ ਦੀ ਇਹ ਕਹਾਣੀ ਸੇਧ ਦੇਣ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਰਚੀ ਕਹਾਣੀ ਦਾਰਾਂ ਬਾਰੇ। ਕਹਾਣੀ ਬਾਰੇ ਗੱਲ ਕਰਨ ਤੋਂ ਪਹਿਲਾਂ ਕਹਾਣੀਕਾਰ ਬਾਰੇ ਕੁਝ ਜਾਣਕਾਰੀ। ਗੁਰਬਖਸ਼ ਸਿੰਘ ਪੰਜਾਬੀ ਵਾਰਤਕ ਸਾਹਿਤ ਦਾ ਉੱਘਾ ਲਿਖਾਰੀ। ਜਨਮ 20 ਅਪ੍ਰੈਲ 1895 ਨੂੰ ਸਰਦਾਰ ਪਿਸ਼ੋਰਾ ਸਿੰਘ ਦੇ ਘਰ ਸਿਆਲਕੋਟ, ਪਾਕਿਸਤਾਨ ਵਿਖੇ ਹੋਇਆ। 10ਵੀਂ ਤੱਕ ਦੀ ਪੜ੍ਹਾਈ ਪਿੰਡ ਸਕੂਲ ਵਿੱਚ ਹੀ ਕੀਤੀ ਤੇ ਫਿਰ FC ਕਾਲਜ ਲਾਹੌਰ ਵਿੱਚ ਦਾਖਲਾ ਲਿਆ।
ਫਿਰ 1917 ਈਸਵੀ ਵਿੱਚ ਓਵਰਸੀਰੀ ਪਾਸ ਕਰਕੇ ਫੌਜ ਵਿੱਚ ਭਰਤੀ ਹੋ ਗਏ ਅਤੇ ਫਿਰ ਅਮਰੀਕਾ ਜਾ ਕੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ। ਭਾਰਤ ਵਿੱਚ ਆਏ ਅਤੇ ਰੇਲਵੇ ਵਿੱਚ ਇੰਜੀਨੀਅਰ ਲੱਗ ਗਏ। 1933 ਵਿੱਚ ਪ੍ਰੀਤ ਲੜੀ ਮਾਸਿਕ ਪੱਤਰ ਜਾਰੀ ਕੀਤਾ। ਫਿਰ ਅੰਮ੍ਰਿਤਸਰ ਕੋਲ ਲੋਪੋਕੇ ਦੇ ਨੇੜੇ ਪ੍ਰੀਤ ਨਗਰ ਵਸਾਇਆ। ਅਮਰੀਕਾ, ਰੂਸ, ਚੀਨ ਜਿਹੇ ਦੇਸ਼ਾਂ ਦੀਆਂ ਸੈਰਾਂ ਸਦਕਾ ਆਪ ਦਾ ਅਨੁਭਵ ਦਾ ਘੇਰਾ ਬਹੁਤ ਵਿਸ਼ਾਲ ਹੋਇਆ। ਆਪ ਦੇ ਵਿਚਾਰ ਅਗਾਂਹਵਧੂ, ਫਿਰਕੂ ਭਾਵਾਂ ਤੋਂ ਉੱਚੇ ਅਤੇ ਵਿਸ਼ਵ ਪੱਧਰ 'ਤੇ ਅਮਨ ਦੇ ਹਿਮਾਇਤੀ ਸਨ। ਭਾਈ ਵੀਰ ਸਿੰਘ ਤੋਂ ਪਿੱਛੋਂ ਆਪ ਵਾਰਤਕ ਦੇ ਵੱਡੇ ਲਿਖਾਰੀ ਵਜੋਂ ਜਾਣੇ ਗਏ। ਆਪ ਲੇਖ, ਕਹਾਣੀਆਂ, ਇਕਾਂਗੀ, ਪੂਰੇ ਨਾਟਕ ਅਤੇ ਅਨੁਵਾਦ ਦਾ ਬੇਸ਼ੁਮਾਰ ਕੰਮ ਕੀਤਾ। ਆਪ ਦੀ ਲਿਖਤ ਵਿੱਚ ਜਾਦੂ ਭਰੀ ਖਿੱਚ ਸੀ। ਉਸ ਦੇ ਖਿਆਲ ਭਾਵੇਂ ਮੌਲਿਕ ਨਾ ਵੀ ਹੁੰਦੇ, ਪਰ ਲਿਖਣ ਢੰਗ ਨਾਲ ਉਹ ਅਸਲੋਂ ਨਵੇਂ ਜਾਪਦੇ। ਰਚਨਾਵਾਂ ਵਿੱਚ ਹੋਂਦ ਹੰਢਾ ਚੁੱਕੀਆਂ ਰਿਵਾਇਤਾਂ ਵਿਰੁੱਧ ਬਗਾਵਤ ਦਾ ਸੁਰ ਹਮੇਸ਼ਾ ਹੀ ਬਲਵਾਨ ਰਿਹਾ। ਸਿਹਤ, ਸਫਾਈ, ਖੁਰਾਕ ਅਤੇ ਪੋਸ਼ਾਕ ਆਦਿ ਮਸਲਿਆਂ 'ਤੇ ਉਹਨਾਂ ਨੇ ਬੜੇ ਸੁਆਦਲੇ ਢੰਗ ਨਾਲ ਲਿਖਿਆ। ਧਾਰਮਿਕ ਸੁਧਾਰਾਂ ਦੀ ਬਾਤ ਵੀ ਪਾਈ, ਜਿਹੜੀ ਬਹੁਤ ਸਾਰੇ ਲੋਕਾਂ ਨੂੰ ਚੰਗੀ ਨਹੀਂ ਵੀ ਲੱਗੀ, ਪਰ ਉਹਨਾਂ ਦੇ ਪ੍ਰਵੇਸ਼ ਨਾਲ ਸਮਾਜ ਵਿੱਚ ਕ੍ਰਾਂਤੀ ਆਈ। ਰਚਨਾਵਾਂ ਵਿੱਚ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਦਾ ਸਿਧਾਂਤ ਖੂਬ ਪ੍ਰਚਾਰਿਆ। ਉਹ ਸ਼ਬਦਾਂ ਦੇ ਜਾਦੂਗਰ ਵਜੋਂ ਪ੍ਰਸਿੱਧ ਹੋਏ। ਉਹਨਾਂ ਦੀ ਸ਼ੈਲੀ ਵਲਵਲੇ ਭਰਪੂਰ ਸੀ। ਉਹ ਦਲੀਲ ਦਾ ਕਿਤੇ ਵੀ ਪੱਲਾ ਨਹੀਂ ਸੀ ਛੱਡਦੇ। ਉਹਨਾਂ ਨੇ ਨਾਗਪ੍ਰੀਤ ਦਾ ਜਾਦੂ, ਭਾਬੀ, ਮੈਨਾ, ਪ੍ਰੀਤ ਕਹਾਣੀਆਂ, ਸ਼ਬਨਮ, ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ, ਵੀਣਾ ਵਿਨੋਦ, ਨਾਗਪ੍ਰੀਤ ਦਾ ਜਾਦੂ ਆਦਿ ਕਹਾਣੀ ਸੰਗ੍ਰਹਿ ਰਚੇ। ਦਰਜਨ ਭਰ ਕਹਾਣੀ ਸੰਗ੍ਰਹਿ ਦੇ ਨਾਲ ਲਗਭਗ 2 ਦਰਜਨ ਨਿਬੰਧ ਸੰਗ੍ਰਹਿ ਵੀ ਰਚੇ। ਉਹਨਾਂ ਨੇ ਸਵੈ ਜੀਵਨੀ ਵੀ ਰਚੀ। ਜੀਵਨ ਪ੍ਰਤੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ 'ਤੇ ਜ਼ੋਰ ਦਿੱਤਾ। ਉਹਨਾਂ ਦੀਆਂ ਕਹਾਣੀਆਂ ਅਤੇ ਨਾਟਕਾਂ ਦਾ ਮੁੱਖ ਵਿਸ਼ਾ ਪਿਆਰ ਨਾਲ ਸੰਬੰਧਿਤ ਸੀ। ਕਥਾ ਯਾਤਰਾ ਵੀ ਸ਼ਾਮਲ। ਉਹਨਾਂ ਦੀ ਕਹਾਣੀ ਦਾਰਾਂ, ਜਿਸ ਬਾਰੇ ਅਸੀਂ ਹੁਣ ਚਰਚਾ ਕਰਾਂਗੇ, ਇਹ ਵੀ ਪਿਆਰ ਵਿਸ਼ੇ ਨਾਲ ਹੀ ਸੰਬੰਧਿਤ ਹੈ। ਪਿਆਰ ਮਨੁੱਖੀ ਜੀਵਨ ਨਾਲ ਸੰਬੰਧਿਤ ਬਹੁਤ ਵੱਡਾ ਜਜ਼ਬਾ। ਇਹ ਜਜ਼ਬਾ ਅਥਾਹ ਸ਼ਕਤੀਆਂ ਦਾ ਮਾਲਕ ਹੈ। ਇਸ ਕਹਾਣੀ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਸ ਵਿੱਚ ਦਾਰਾਂ, ਚਿਰਾਗ ਤੇ ਤਾਲੀ 3 ਮੁੱਖ ਪਾਤਰ ਆਉਂਦੇ ਹਨ, ਜਿਨ੍ਹਾਂ ਦੇ ਦੁਆਲੇ ਇਹ ਕਹਾਣੀ ਕੇਂਦਰਿਤ ਰਹਿੰਦੀ ਹੈ। ਕਹਾਣੀਕਾਰ ਨੇ ਇਸ ਕਹਾਣੀ ਵਿੱਚ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਮਨੁੱਖੀ ਜੀਵਨ ਵਿੱਚ ਪਿਆਰ ਦਾ ਬਹੁਤ ਮਹੱਤਵ ਹੈ। ਇਹ ਜਜ਼ਬਾ ਬਹੁਤ ਬਲਵਾਨ ਹੈ, ਅਥਾਹ ਸ਼ਕਤੀਆਂ ਦਾ ਮਾਲਕ ਹੈ। ਜਿਸ ਮਨੁੱਖ ਨੂੰ ਜੀਵਨ ਵਿੱਚ ਪਿਆਰ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਖੁਸ਼ਨੁਮਾ ਅਤੇ ਸੁਖਾਵੀਂ ਹੋ ਨਿਬੜਦੀ ਹੈ। ਪਰ ਜਿਸ ਨੂੰ ਪਿਆਰ ਦੀ ਪ੍ਰਾਪਤੀ ਨਹੀਂ ਹੋ ਪਾਉਂਦੀ, ਉਸ ਦਾ ਜੀਵਨ ਅਣਗਿਣਤ ਦੁਸ਼ਵਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ ਇਸ ਦਾਰਾਂ ਕਹਾਣੀ ਵਿੱਚ ਕਹਾਣੀਕਾਰ ਨੇ ਮਨੁੱਖੀ ਜ਼ਿੰਦਗੀ ਵਿੱਚ ਪਿਆਰ ਦੇ ਮਹੱਤਵ ਅਤੇ ਇਸ ਦੀ ਅਪ੍ਰਾਪਤੀ ਦੇ ਦੁਖਾਂਤ ਵਿੱਚੋਂ ਪੈਦਾ ਹੋਏ ਤਣਾਅ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਹੈ ਅਤੇ ਇਸ ਪ੍ਰਗਟਾਵੇ ਲਈ ਉਹ ਚਿਰਾਗ, ਦਾਰਾਂ ਅਤੇ ਤਾਲੀ ਪਾਤਰਾਂ ਨੂੰ ਹੋਂਦ ਵਿੱਚ ਲਿਆਂਦਾ ਹੈ। ਕਹਾਣੀਕਾਰ ਖੁਦ ਕਹਾਣੀ ਵਿੱਚ ਇੱਕ ਪਾਤਰ ਵਜੋਂ ਵਿਚਰਦਾ ਹੈ, ਜਿੱਥੇ ਉਸ ਦੀ ਮੁਲਾਕਾਤ ਆਪਣੇ ਖੇਤ ਵਿੱਚ ਕੰਮ ਕਰਦੇ ਚਿਰਾਗ ਨਾਲ ਹੁੰਦੀ ਹੈ। ਉਸ ਨਾਲ ਗੱਲਬਾਤ ਕਰਕੇ ਉਸ ਨੂੰ ਪਤਾ ਲੱਗਦਾ ਹੈ ਕਿ ਜਿਸ ਔਰਤ ਦਾਰਾਂ ਨੂੰ ਉਹ ਚਿਰਾਗ ਦੀ ਪਤਨੀ ਸਮਝ ਰਿਹਾ ਹੈ, ਅਸਲ ਵਿੱਚ ਉਸ ਦੀ ਪਤਨੀ ਨਹੀਂ, ਸਗੋਂ ਉਸ ਦੇ ਛੋਟੇ ਭਰਾ ਤਾਲੀ ਦੀ ਪਤਨੀ ਹੈ। ਹਾਂ, ਪਹਿਲਾਂ ਕਦੇ ਉਹ ਉਸੇ ਦੀ ਭਾਵ ਚਿਰਾਗ ਦੀ ਹੀ ਪਤਨੀ ਸੀ, ਪਰ ਚਿਰਾਗ ਨੇ ਆਪਣੇ ਮਾੜੇ ਵਿਵਹਾਰ ਸਦਕਾ ਉਸ ਨੂੰ ਹਮੇਸ਼ਾ ਲਈ ਗਵਾ ਲਿਆ। ਅਤੇ ਫਿਰ ਕਹਾਣੀਕਾਰ ਦਾਰਾਂ ਦੀ ਖੂਬਸੂਰਤੀ ਦਾ ਜ਼ਿਕਰ ਕਰਦਾ ਹੈ ਕਿ ਦਾਰਾਂ ਜਿੰਨੀ ਸੋਹਣੀ ਸੀ, ਚਿਰਾਗ ਉਨਾ ਹੀ ਕੋਝ ਦਾ ਮਾਰਿਆ ਸੀ ਅਤੇ ਇਹੀ ਕੋਝ ਉਸ ਦੀ ਮੁਸੀਬਤ ਬਣ ਗਿਆ।
ਦਰਅਸਲ ਦਾਰਾ ਨੂੰ ਤਾਂ ਚਿਰਾਗ ਦੇ ਕੋਝ ਤੋਂ ਕੋਈ ਦਿੱਕਤ ਨਹੀਂ ਸੀ, ਪਰ ਇਸ ਕੋਝ ਜਾਂ ਫਿਰ ਇਹ ਕਹਿ ਲਵੋ ਕਿ ਦਾਰਾ ਦੇ ਸੁਹੱਪਣ ਤੇ ਉਸ ਦੇ ਚੰਗੇ ਸੁਭਾਅ, ਚਿਰਾਗ ਦੀ ਸ਼ਕਲ ਦੇ ਕੋਝ ਸਦਕਾ ਉਸ ਦੇ ਮਨ ਵਿੱਚ ਹੀਨ ਭਾਵਨਾ ਭਰ ਗਈ ਤੇ ਉਹ ਦਾਰਾ ਨਾਲ ਬਦਸਲੂਕੀ ਕਰਨ ਲੱਗਾ। ਇਹ ਬਦਸਲੂਕੀ ਮਾਰ ਕੁੱਟ ਤੱਕ ਜਾ ਪਹੁੰਚੀ। ਉਸ ਨੂੰ ਕੁੱਟ ਕੇ ਚਿਰਾਗ ਦੇ ਮਨ ਨੂੰ ਸਕੂਨ ਮਿਲਦਾ, ਪਰ ਚਿਰਾਗ ਦੇ ਇਸ ਸਕੂਨ ਨੇ ਦਾਰਾ ਦਾ ਸਾਰਾ ਸਕੂਨ ਖੋ ਲਿਆ ਤੇ ਉਹ ਸਹੁਰਾ ਘਰ ਛੱਡ ਪੇਕੇ ਘਰ ਜਾ ਪਹੁੰਚੀ। ਉਸ ਘਰ ਵਿੱਚ ਚਿਰਾਗ ਦਾ ਛੋਟਾ ਭਰਾ ਤਾਲੀ ਵੀ ਹੈ, ਜੋ ਉਮਰ ਵਿੱਚ ਬਹੁਤ ਛੋਟਾ ਹੈ। ਉਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਤੇ ਉਹ ਗੁੰਮਸੁੰਮ ਹੋ ਜਾਂਦਾ ਹੈ। ਚਿਰਾਗ ਦੇ ਕਹਿਣ 'ਤੇ ਤਾਲੀ ਦਾਰਾ ਨੂੰ ਵਾਪਸ ਲਿਆਉਂਦਾ ਹੈ, ਪਰ ਚਿਰਾਗ ਨੂੰ ਅਜੇ ਵੀ ਅਕਲ ਨਹੀਂ ਆਉਂਦੀ ਤੇ ਉਹ ਫਿਰ ਉਹੀ ਸਭ ਕਰਦਾ ਹੈ। ਤਾਲੀ ਮੌਕਾ ਵੇਖ ਦਾਰਾ ਦੇ ਦੁੱਖ ਵੰਡਾਉਣ ਦਾ ਯਤਨ ਕਰਦਾ ਹੈ। ਹੁਣ ਦਾਰਾ ਨੂੰ ਵੀ ਤਾਲੀ ਦੁਆਰਾ ਦੁੱਖ ਵੰਡਾਉਣਾ ਚੰਗਾ ਲੱਗਣ ਲੱਗ ਪਿਆ ਕਿ ਕੋਈ ਤਾਂ ਹੈ ਜੋ ਉਸਦੇ ਦੁੱਖਾਂ, ਉਸਦੇ ਜ਼ਖਮਾਂ 'ਤੇ ਹਮਦਰਦੀ ਦਾ ਫੁਹਾਰ ਰੱਖ ਸਕਦਾ ਹੈ। ਚਿਰਾਗ ਦੀ ਮਾਰ ਘੱਟ ਨਹੀਂ ਹੁੰਦੀ ਤੇ ਦਾਰਾ ਸਭ ਛੱਡ ਫਿਰ ਪੇਕੇ ਪਰਤ ਆਉਂਦੀ ਹੈ। ਦਾਰਾ ਦੀ ਕਿਤੇ ਕੋਈ ਗਲਤੀ ਨਹੀਂ, ਉਹ ਤਾਂ ਸਿਰਫ ਆਪਣੇ ਪਤੀ ਤੋਂ ਥੋੜ੍ਹੇ ਪਿਆਰ ਤੇ ਇੱਜ਼ਤ ਦੀ ਆਸ ਰੱਖਦੀ ਹੈ। ਪਰ ਚਿਰਾਗ ਜਦ ਪਤਨੀ ਨੂੰ ਇਹੀ ਨਾ ਦੇ ਸਕਿਆ ਤਾਂ ਫਿਰ ਰਿਸ਼ਤਾ ਕਿਵੇਂ ਨਿਭਦਾ? ਕਿੰਨੀ ਕੁ ਦੇਰ ਇੱਕ ਧਿਰ ਨਿਉ ਕੇ ਜੋੜੀ ਰੱਖਦੀ। ਇਹ ਦਾਰਾ ਦੇ ਪੇਕੇ ਘਰ ਜਾਣ ਪਿੱਛੋਂ ਤਾਲੀ ਵੀ ਆਪਣਾ ਘਰ ਛੱਡ ਦਿੰਦਾ ਹੈ। ਉਹ ਦਾਰਾ ਦੇ ਪੇਕੀ ਚਲਾ ਗਿਆ। ਉਹ ਦਾਰਾ ਨਾਲ ਵਾਅਦਾ ਕਰਦਾ ਹੈ ਕਿ ਵੱਡਾ ਹੋ ਕੇ ਉਹ ਜ਼ਰੂਰ ਆਵੇਗਾ। ਦਾਰਾ ਉਸ ਦਾ ਇੰਤਜ਼ਾਰ ਕਰੇ ਤੇ ਫਿਰ ਸਮਾਂ ਬੀਤਣ ਪਿੱਛੋਂ ਤਾਲੀ ਦਾਰਾ ਨੂੰ ਲੈ ਕੇ ਆਪਣਾ ਘਰ ਵਸਾ ਲੈਂਦਾ ਹੈ। ਕੁਝ ਸਮੇਂ ਬਾਅਦ ਉਹ ਆਪਣੇ ਘਰ ਇਸ ਬਾਰੇ ਜਾਣਕਾਰੀ ਵੀ ਦੇ ਦਿੰਦਾ ਹੈ ਤੇ ਫਿਰ ਚਿਰਾਗ ਉਹਨਾਂ ਨੂੰ ਘਰ ਬੁਲਾ ਲੈਂਦਾ ਹੈ। ਹੁਣ ਉਹੀ ਘਰ, ਉਹੀ ਜੀ, ਪਰ ਸਭ ਕੁਝ ਬਦਲ ਚੁੱਕਾ ਹੈ। ਦਾਰਾ ਤਾਲੀ ਦੀ ਹੋ ਚੁੱਕੀ ਹੈ, ਪਰ ਉਹ ਚਿਰਾਗ ਤੋਂ ਵਾਅਦਾ ਲੈ ਚੁੱਕੀ ਹੈ। ਉਹ ਉਸਦੀ ਰੋਟੀ ਵੀ ਪਕਾਉਂਦੀ ਹੈ, ਖੇਤ ਵਿੱਚ ਵੀ ਲਿਆਉਂਦੀ ਹੈ, ਪਰ ਆਪਣੇ ਮਨ ਧਰਮ ਤੋਂ ਉਹ ਤਾਲੀ ਨਾਲ ਸੱਚੀ ਹੈ। ਚਿਰਾਗ ਵੀ ਹੁਣ ਉਸ ਦੀ ਗੱਲ ਦਾ ਮਾਣ ਰੱਖਦਾ ਹੈ। ਉਸ ਨੂੰ ਮਨ ਵਿੱਚ ਦੁੱਖ ਵੀ ਹੈ ਕਿ ਉਸ ਨੇ ਆਪਣੀ ਗਲਤੀ ਸਦਕਾ ਆਪਣਾ ਰਿਸ਼ਤਾ ਗਵਾ ਲਿਆ, ਪਰ ਨਾਲ ਹੀ ਉਸ ਨੂੰ ਤਸੱਲੀ ਵੀ ਹੈ ਕਿ ਚਲੋ ਦਾਰਾ ਉਹਨਾਂ ਦੇ ਹੀ ਘਰ ਵਿੱਚ ਆ ਗਈ। ਕਹਾਣੀਕਾਰ ਇੱਥੇ ਇਹੀ ਦੱਸਣਾ ਚਾਹੁੰਦਾ ਹੈ ਕਿ ਜੇ ਸਾਡੇ ਮਨ ਵਿੱਚ ਦੂਜੇ ਪ੍ਰਤੀ ਪਿਆਰ ਨਹੀਂ, ਉਸ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਸਮਰੱਥਾ ਨਹੀਂ, ਤਾਂ ਇੱਕ ਦੂਜੇ ਨਾਲ ਰਿਸ਼ਤਾ, ਦੁਨੀਆਦਾਰੀ ਬੰਧਨ ਕਿੰਨੀ ਕੁ ਦੇਰ ਤੱਕ ਨਿਭ ਸਕਦੇ ਹਨ। ਇਸ ਕਰਕੇ ਚਿਰਾਗ ਦਾਰਾ ਦਾ ਰਿਸ਼ਤਾ ਟੁੱਟ ਗਿਆ, ਪਰ ਦੂਜੇ ਪਾਸੇ ਮਨ ਵਿੱਚ ਪਿਆਰ ਹੋਣ ਸਦਕਾ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਤਾਲੀ ਤੇ ਦਾਰਾ ਦਾ ਰਿਸ਼ਤਾ ਮਜ਼ਬੂਤੀ ਨਾਲ ਬੱਝ ਸਕਿਆ। ਨਾਲ ਹੀ ਇੱਕ ਹੋਰ ਪੱਖ ਵੀ ਸਾਡਾ ਧਿਆਨ ਖਿੱਚਦਾ ਹੈ ਕਿ ਜਿਸ ਮਨੁੱਖ ਦੇ ਮਨ ਵਿੱਚ ਪਿਆਰ ਜਿਹੀਆਂ ਕੋਮਲ ਭਾਵਨਾਵਾਂ ਨਹੀਂ, ਉਹ ਆਪ ਤਾਂ ਦੁਖੀ ਹੁੰਦਾ ਹੀ ਹੈ, ਸਗੋਂ ਦੂਜਿਆਂ ਦੇ ਦੁੱਖ ਦਾ ਵੀ ਕਾਰਨ ਬਣਦਾ ਹੈ। ਦਾਰਾ ਕਹਾਣੀ ਦਾ ਪਲਾਟ ਇਸ ਪਿਆਰ ਦੇ ਜਜ਼ਬੇ ਨੂੰ ਕੇਂਦਰ ਵਿੱਚ ਰੱਖ ਕੇ ਹੀ ਬੁਣਿਆ ਗਿਆ ਹੈ। ਇਹ ਕਹਾਣੀਕਾਰ ਨੇ ਕਹਾਣੀ ਦੇ ਪਾਤਰ ਚਿਰਾਗ ਦੇ ਮੂੰਹੋਂ ਸੁਣੀ ਤੇ ਉਸ ਨੂੰ ਚਿਰਾਗ ਦੇ ਚੁੱਪ ਰਹਿਣ ਦਾ ਕਾਰਨ ਪਤਾ ਲੱਗਾ। ਇਸ ਪਿੱਛੋਂ ਕਹਾਣੀ ਪਿਛਲ ਝਾਤ ਰਾਹੀਂ ਸਾਰੀ ਪ੍ਰਗਟਾਈ ਗਈ ਹੈ। ਘਟਨਾਵਾਂ ਦੀ ਗੋਂਦ ਗੁੰਦਣ ਵਿੱਚ ਪ੍ਰੀਤਲੜੀ ਨੂੰ ਮੁਹਾਰਤ ਹਾਸਲ ਹੈ। ਉਹ ਅਜਿਹੇ ਪਾਤਰ ਦੀ ਕਹਾਣੀ ਨੂੰ ਸ਼ਬਦ ਦਿੰਦਾ ਹੈ ਜਿਸ ਨੇ ਆਪਣੇ ਹੱਥੀਂ ਆਪਣੀ ਸੋਹਣੀ ਜ਼ਿੰਦਗੀ ਤਬਾਹ ਕਰ ਲਈ। ਦਾਰਾ ਜਿਹੀ ਖੂਬਸੂਰਤ, ਨੇਕ, ਚੰਗੇ ਗੁਣਾਂ ਵਾਲੀ ਬੀਵੀ ਤੋਂ ਉਸ ਨੂੰ ਹੱਥ ਧੋਣੇ ਪਏ ਤੇ ਸਾਰੀ ਜ਼ਿੰਦਗੀ ਆਪਣੀਆਂ ਅੱਖਾਂ ਸਾਹਮਣੇ ਉਸ ਦੇ ਕਿਸੇ ਹੋਰ ਦੀ ਹੋਣ ਦੇ ਦਰਦ ਨੂੰ ਸਹਿਣ ਕਰਨਾ ਪੈਂਦਾ ਹੈ। ਕਹਾਣੀ ਵਿੱਚ ਇਹਨਾਂ ਤਿੰਨਾਂ ਪਾਤਰਾਂ ਤੋਂ ਇਲਾਵਾ ਪਠਾਨ, ਸ਼ਾਹਾਂ ਦੀ ਧੀ, ਪਿੰਡ ਦੇ ਜੱਟ, ਚਿਰਾਗ ਦੀ ਮਾਂ ਆਦਿ ਸਹਾਇਕ ਪਾਤਰ ਵੀ ਵਿਚਰਦੇ ਹਨ। ਕਹਾਣੀ ਵਿਚਲੀ ਬੋਲੀ ਪਾਤਰਾਂ ਦੇ ਸੁਭਾਅ ਅਨੁਸਾਰ ਬੁਲਵਾਈ ਗਈ ਹੈ। ਲੋੜ ਅਨੁਸਾਰ ਵਾਰਤਾਲਾਪ ਵੀ ਵਰਤੇ ਹਨ। ਪ੍ਰੀਤਲੜੀ ਦੀ ਕਹਾਣੀ ਬਿਆਨ ਕਰਨ ਦੀ ਵੱਡੀ ਸਮਰੱਥਾ ਪਾਠਕਾਂ ਨੂੰ ਪੂਰੀ ਤਰ੍ਹਾਂ ਬੰਨ੍ਹ ਕੇ ਰੱਖਦੀ ਹੈ।
ਪੂਰੀ ਕਹਾਣੀ ਦਾਰਾਂ ਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ। ਇਸ ਕਰਕੇ ਸਿਰਲੇਖ ਉਸ ਦੇ ਨਾਂ 'ਤੇ ਰੱਖਣਾ ਬਹੁਤ ਹੀ ਠੀਕ ਹੈ। ਇਹ ਸਿਰਲੇਖ ਛੋਟਾ ਅਤੇ ਪ੍ਰਭਾਵਸ਼ਾਲੀ ਹੈ। ਇਹ ਕਹਾਣੀ ਪਾਤਰਾਂ ਦਾ ਮਨੋਵਿਗਿਆਨਕ ਚਿੱਤਰ ਉਲੀਕਦੀ, ਕਹਾਣੀ ਵਿਚਲੇ ਸਾਰੇ ਤੱਤਾਂ, ਕਥਾ ਵਸਤੂ, ਵਿਸ਼ਾ, ਪਾਤਰ ਉਸਾਰੀ, ਪਲਾਟ, ਉਦੇਸ਼, ਭਾਸ਼ਾ ਸ਼ੈਲੀ ਅਤੇ ਸਿਰਲੇਖ ਸਭ ਦੇ ਮੁਤਾਬਕ ਇੱਕ ਚੰਗੀ ਕਹਾਣੀ ਹੋ ਨਿਬੜਦੀ ਹੈ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਕੁਝ ਵਸਤੂਨਿਸ਼ਟ ਪ੍ਰਸ਼ਨਾਂ ਬਾਰੇ। ਨੰਬਰ 1, ਨਾਨਕ ਸਿੰਘ ਨੂੰ ਕਿਸ ਖੇਤਰ ਵਿੱਚ ਵਧੇਰੇ ਪ੍ਰਸਿੱਧੀ ਮਿਲੀ? ਨਾਵਲ ਖੇਤਰ ਵਿੱਚ। ਅਰਜੀ ਕਹਾਣੀ ਵਿੱਚ ਪਾਰੋ ਕੌਣ ਹੈ? ਪਾਰੋ ਰਾਮੇ ਸ਼ਾਹ ਦੀ ਧੀ ਹੈ। ਰਾਮੇ ਸ਼ਾਹ ਨੇ ਬਿਸ਼ਨੇ ਜੱਟ ਨੂੰ ਕਿੰਨੇ ਪੈਸੇ ਉਧਾਰ ਦਿੱਤੇ ਸਨ? 150 ਰੁਪਏ। ਰਾਮੇ ਸ਼ਾਹ ਤੇ ਬਿਸ਼ਨੇ ਜੱਟ ਵੱਲ ਵਿਆਜ ਦੇ ਕਿੰਨੇ ਪੈਸੇ ਬਣਦੇ ਸਨ? 135 ਰੁਪਏ। ਟਾਂਗੇ ਵਿੱਚ ਬੈਠੇ ਦੋ ਜੱਟ ਕੀ ਖਾ ਰਹੇ ਸਨ? ਖਰਬੂਜੇ। ਰਾਮੇ ਸ਼ਾਹ ਨੇ ਚਾਦਰ ਵਿੱਚ ਲਪੇਟ ਕੇ ਕੱਛੇ ਕੀ ਮਾਰਿਆ ਸੀ? ਵਹੀ। ਉਹ ਵਹੀ ਜਿਸ ਦੇ ਉੱਤੇ ਉਸਨੇ ਸਾਰਾ ਹਿਸਾਬ ਕਿਤਾਬ ਲਿਖਿਆ ਹੋਇਆ ਸੀ। ਰਾਮੇ ਸ਼ਾਹ ਬਿਸ਼ਨੇ ਖਿਲਾਫ ਅਰਜੀ ਪਾ ਸਕਿਆ ਜਾਂ ਨਾ? ਨਹੀਂ। ਅਰਜੀ ਕਹਾਣੀ ਵਿੱਚ ਹੁੱਕਾ ਕੌਣ ਪੀਂਦਾ ਹੈ? ਰਾਮੇ ਸ਼ਾਹ। ਸੀ ਹਰਫੀ ਹੰਸਰਾਜ ਤੇ ਸਤਿਗੁਰ ਮਹਿਮਾ ਪ੍ਰਕਾਸ਼ ਕਿਸ ਦੀਆਂ ਰਚਨਾਵਾਂ ਹਨ? ਇਹ ਰਚਨਾਵਾਂ ਨਾਨਕ ਸਿੰਘ ਦੁਆਰਾ ਰਚੀਆਂ ਗਈਆਂ ਹਨ। ਤੇ ਹੁਣ ਗੱਲ ਕਰਦੇ ਹਾਂ ਦਾਰਾ ਕਹਾਣੀ ਦੀ ਵਸਤੂਨਿਸ਼ਟ ਪ੍ਰਸ਼ਨ। ਗੁਰਬਖਸ਼ ਸਿੰਘ ਨੂੰ ਸਰਬਾਂਗੀ ਲੇਖਕ ਮੰਨਿਆ ਜਾਂਦਾ ਹੈ। ਸਰਬਾਂਗੀ ਤੋਂ ਭਾਵ ਉਸਨੇ ਸਾਹਿਤ ਦੇ ਹਰ ਰੂਪ 'ਤੇ ਹੀ ਹੱਥ ਅਜਮਾਇਆ ਹੈ, ਪਰ ਉਸਨੂੰ ਵਧੇਰੇ ਪ੍ਰਸਿੱਧੀ ਕਿਸ ਖੇਤਰ ਵਿੱਚ ਮਿਲੀ? ਨਿਬੰਧ ਦੇ ਖੇਤਰ ਵਿੱਚ। ਗੁਰਬਖਸ਼ ਸਿੰਘ ਨੂੰ 1971 ਵਿੱਚ ਕਿਹੜਾ ਪੁਰਸਕਾਰ ਮਿਲਿਆ? ਸੋਵੀਅਤ ਲੈਂਡ ਨਹਿਰੂ ਪੁਰਸਕਾਰ। ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਰਚੀ ਸਵੈ ਜੀਵਨੀ ਦਾ ਕੀ ਨਾਮ ਸੀ? ਮੇਰੀ ਜੀਵਨ ਕਹਾਣੀ ਤੇ ਮੰਜ਼ਿਲ ਦਿਸ ਪਈ। ਪ੍ਰੀਤਲੜੀ ਰਸਾਲਾ ਉਹਨਾਂ ਨੇ ਕਦੋਂ ਸ਼ੁਰੂ ਕੀਤਾ? 1933 ਵਿੱਚ। ਦਾਰਾ ਕਹਾਣੀ ਵਿੱਚ ਬਾਗ ਵਿੱਚ ਕਿੰਨੇ ਗੋਡੇ ਕੰਮ ਕਰ ਰਹੇ ਸਨ? ਖੇਤ ਦੀ ਗੁਡਾਈ ਜਿਹੜੇ ਕਰ ਰਹੇ ਸਨ ਉਹ ਗੋਡੇ ਗਿਣਤੀ ਵਿੱਚ ਕਿੰਨੇ ਸਨ? 6। ਕਹਾਣੀ ਵਿੱਚ ਮੈਂ ਪਾਤਰ ਕੌਣ ਹੈ? ਕਹਾਣੀਕਾਰ ਆਪ। ਗੋਡੇ ਕਹਾਣੀਕਾਰ ਨੂੰ ਕੀ ਕਹਿ ਕੇ ਬੁਲਾਉਂਦੇ ਹਨ? ਦਾਰਜੀ। ਦਾਰਾ ਦੇ ਪੇਕੇ ਕਿੱਥੇ ਸਨ? ਦਦਰਾਈ। ਦਾਰਾ ਦੀ ਉਮਰ ਕਿੰਨੀ ਸੀ? 20 ਸਾਲ। ਤੇ ਧਾਲੀ ਦੀ ਉਮਰ ਕਿੰਨੀ ਸੀ? ਉਸ ਵੇਲੇ 13 ਸਾਲ। ਧਾਲੀ ਕਿੱਥੋਂ ਦੇ ਕਾਰਖਾਨੇ ਵਿੱਚ ਕੰਮ ਕਰਦਾ ਸੀ? ਜਲੌਂ। ਦਾਰਾ ਦਾ ਕਾਕਾ ਕਿੰਨੇ ਸਾਲਾਂ ਦਾ ਸੀ? 2 ਸਾਲ ਦਾ। ਤੇ ਇਹਦੇ ਨਾਲ ਆਪਾਂ ਬੰਦ ਕਰਨੇ ਹਾਂ। ਇਜਾਜ਼ਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।